ਇੱਕੋ ਦਫਾ ਕੋਈ ਮਾਰਨ ਬੰਬ ਸ਼ੰਬ ਤੇ ਸਾਨੂੰ ਮਾਰ ਦੇਣ। ਕਹਿੰਦਾ ਹੈਲਮਟ ਨਹੀਂ ਪਾਇਆ, ਸ਼ਨਾਖਤੀ ਕਾਰਡ ਚੈੱਕ ਕਰਾ, ਸਾਰਾ ਕੁਝ ਦਿਖਾਤਾ ਉਹਨੇ। ਘੰਟਾ ਭਾਈ ਰੱਖਿਆ, ਐਂਡ ਤੇ ਮੈਨੂੰ ਕੀ ਕਹਿ ਰਿਹਾ 200 ਰੁਪਇਆ ਦੇ ਤੇ ਜਾ ਕੇ ਇੱਕ ਮਾਰ ਕੇ। ਆ ਬਾਲਡਨ ਆ ਰਹੇ ਤੇ ਪੁਲਿਸ ਆ ਰਹੇ, ਇਹ ਜ਼ਲੀਲ ਕਰਦੇ ਨੇ। ਜਾਤੀ ਉਮਰੇ ਰੋਡ ਤੇ ਮੇਰਾ ਅੱਡਾ ਸੀ, ਇਹਨਾਂ ਸਾਰਾ ਉੱਥੇ ਮੇਰਾ ਸਫਾਇਆ ਕਰਾ ਦਿੱਤਾ। 3.5 ਲੱਖ ਰੁਪਏ ਦਾ ਕਿਸ਼ਤਾਂ ਤੇ ਰੱਖਿਆ ਲਿਆ, ਤੇ ਹੁਣ ਜੇ ਰੱਖਿਆ ਵੀ ਬੰਦ ਕਰਨਗੇ ਤਾਂ ਫਿਰ ਕਿੱਧਰ ਜਾਵਾਂਗੇ। ਤੋਰੀ ਨਹੀਂ ਆਂਟੀ ਜੀ, ਤੋਰੀ ਨਹੀਂ ਸਾਡੇ ਵੱਲ ਗਰੀਬਾਂ ਵੱਲ ਦੇਖ ਲਓ। ਗੁਜਰੇਲਾ ਪੰਜਾਬ ਨੇ ਉਹਨਾਂ ਗੁੱਸਾ ਕਰ ਜਾਣਾ ਕਿ ਤੁਸੀਂ ਉਹਨਾਂ ਨੂੰ ਆਂਟੀ ਕਹਿਣ ਦੇ। जी नाज़रीन, हुकूमत पंजाब की जानब से मोटरसाइकिल रिक्शे की मैन्युफैक्चरिंग बंद करने का फैसला किया गया है। इस हवाले से जो रिक्शा ड्राइवर्स हैं, जो गरीब आवाम है, वो क्या कहते हैं, ये हम जानेंगे आज के प्रोग्राम में। ਘੰਟਾ ਮੈਂ ਸਕੀਆਂ ਚੌਂਕੀ ਟੂਲ ਪਲਾਜ਼ਾ ਹੈਗਾ ਸਰ, ਉੱਥੇ ਘੰਟਾ ਖਿਲਾਰੀ ਰੱਖਿਆ ਉਹਨਾਂ ਨੇ ਮੈਨੂੰ। ਠੀਕ ਹੈ, ਹੈਲਮਟ ਨਹੀਂ ਪਾਇਆ। ਅੱਛਾ, ਤਾਂ ਤੁਸੀਂ ਕਹਿੰਦੇ ਚੱਲ ਹਾਂਜੀ, ਸਵਾਰੀਆਂ ਸਾਰੀਆਂ ਮੇਰੀਆਂ ਲਾਤੀਆਂ ਪੁਲਿਸ ਵਾਲੇ ਨੇ। ਠੀਕ ਹੈ, ਸਾਰੀਆਂ ਸਵਾਰੀਆਂ ਲਾਤੀਆਂ। ਕਹਿੰਦਾ ਹੈਲਮਟ ਨਹੀਂ ਪਾਇਆ, ਸ਼ਨਾਖਤੀ ਕਾਰਡ ਚੈੱਕ ਕਰਾ, ਦਿਖਾਤਾ, ਸਾਰਾ ਕੁਝ ਦਿਖਾਤਾ। ਉਹਨੂੰ ਕਿਹਾ ਸਾਰਾ ਰੈਂਟ ਦੀ ਗੱਡੀ ਹੈਗੀ, 1000 ਰੁਪਇਆ ਦੀ ਆ ਰਹੀ ਹੈਗੀ। ਉਹਨੇ ਘੰਟਾ ਭਾਈ ਰੱਖਿਆ, ਐਂਡ ਤੇ ਮੈਨੂੰ ਕੀ ਕਹਿ ਰਿਹਾ 200 ਰੁਪਇਆ ਦੇ ਤੇ ਜਾ ਕੇ ਇੱਕ ਮਾਰ ਕੇ। 200 ਰੁਪਇਆ ਨੇ ਮੇਰੇ ਕੋਲੋਂ ਲੈ ਲਿੱਤਾ, ਕਿੱਕ ਮਾਰੀ ਤੇ ਸ਼ੂਟਰ ਹੀ ਆਈ ਨੂੰ ਆ ਗਿਆ। ਘੰਟਾ ਵੀ ਤੁਹਾਡਾ ਜਾਇਆ ਗਿਆ, 200 ਰੁਪਇਆ ਵੀ ਲੈ ਲਿਆ। 200 ਰੁਪਇਆ ਹੀ ਮੇਰੇ ਕੋਲੋਂ ਲੈ ਲਿਆ, 200-250 ਦੀਆਂ ਉਹ ਵੀ ਖਤਮ ਹੋ ਗਈ। ਉਹੀ ਖਤਮ ਹੋ ਗਈ। ਇਹਨਾਂ ਨੇ ਨਾ ਸਹੀ ਕਾਨੂੰਨ ਅਪਰਾ ਕੱਢਿਆ ਦਿਹਾੜੀ ਬਾਜ਼ਾਂ ਨੇ। ਦਿਹਾੜੀ ਬਾਜ਼ਾਂ ਨੇ ਇਹਨਾਂ ਨੇ ਅਪਰਾ ਕਾਨੂੰਨ ਕੱਢ ਦਿੱਤਾ। ਪੁਲਿਸ ਵਾਲਿਆਂ ਨੇ ਹਰ ਕਿਸੇ ਨੂੰ ਡੱਕਦੇ ਪਏ, ਕਿਸੇ ਕੋਲੋਂ 500 ਲਿਆ ਰਹੇ, ਕਿਸੇ ਕੋਲੋਂ 200 ਲਿਆ ਰਹੇ, ਕਿਸੇ ਕੋਲੋਂ 1000 ਰੁਪਇਆ ਲਿਆ ਰਹੇ। ਸਾਰਾ ਕੁਝ ਨਾਲ ਇਹੀ ਸਾਸੂਲ ਸਾਰਿਆਂ ਨਾਲ ਲੈ ਕੇ ਸੁਰਤੇ ਹਾਲ ਆ। ਚੌਂਕੀ ਸਕੀਆਂ ਚੌਂਕੀ ਟੂਲ ਪਲਾਜ਼ੇ ਦੇ ਕੋਲ ਲੈ ਕੇ ਸਾਰਾ ਕੁਝ ਹੋ ਰਿਹਾ ਸਰ। ਇਹ ਹੈਲਮਟ ਹੁਣ ਕਦੋਂ ਲੈਣਾ ਫਿਰ ਤੁਸੀਂ? ਹੈਲਮਟ ਸਰ, ਹੈਲਮਟ ਕਦੀ ਜ਼ਿੰਦਗੀ, ਮੈਨੂੰ 14 ਸਾਲ ਹੋ ਗਏ ਆ ਰੋਡ ਦੇ, 14 ਸਾਲ ਹੋ ਗਏ ਆ ਰੋਡ ਦੇ। ਅੱਜ ਤੱਕ ਮੈਨੂੰ ਹੈਲਮਟ ਦਾ ਕਿਸੇ ਨੂੰ ਡੱਕਿਆ ਸਾਨੂੰ। ਐਤਕੀ ਡੱਕ ਲਿਆ, ਕੀ ਡੱਕ ਲਿਆ। ਉਹਨਾਂ ਨੇ ਕਿਹਾ ਨਾ ਹੈਲਮਟ ਪਾਓ, ਲਾਇਸੈਂਸ ਜਿੰਨਾ ਦੇ ਨਹੀਂ ਗਏ ਲਾਇਸੈਂਸ ਬਣਵਾਓ, ਨਹੀਂ ਤਾਂ ਤੁਹਾਡੇ ਉੱਤੇ ਪਰਚਾ ਹੋ ਜਾਏਗਾ। ਉਹ ਸਾਰੇ ਇਹਨਾਂ ਨੇ ਪਹਿਲੇ ਕੱਢਿਆ ਸੀ, ਉਹ ਲਰਨਿੰਗ ਬਣਵਾਓ, ਸਾਰਾ ਕੁਝ ਕਰੋ। ਉਹੀ ਸਾਡੇ ਕੋਲ ਮਜਬੂਰੀ ਘਰ ਹੀ ਗਿਆ ਮੇਰੇ ਕੋਲ, ਸਾਰਾ ਕੁਝ ਹੀ ਗਿਆ। ਠੀਕ ਹੈ, ਅਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਿੱਤੀਆਂ ਸੀ, ਅਸੀਂ ਉਹੀ ਬਣਾ ਲਿੱਤਾ। ਬਕਾਇਆ ਪੁਲਿਸ ਵਾਲਿਆਂ ਦਾ ਹੱਕ ਨਹੀਂ ਗਾ ਪੈਸੇ ਲੈਣ ਦਾ। ਹੱਕ ਨਹੀਂ। ਕੀ ਕਹਿਣਾ ਚਾਹੋਗੇ ਮਰੀਮ ਨਵਾਜ਼ ਸਾਹਿਬਾਂ? ਮਰੀਮ ਨਵਾਜ਼ ਦਾ ਤੇ ਸਪੋਰਟਰ ਹੀ ਗਏ ਆ। ਠੀਕ ਹੈ, ਬਕਾਇਆ ਐਂਟੀ ਨੂੰ ਸ਼ਰਮ ਆਣੀ ਚਾਹੀਦੀ ਹੈ ਥੋੜੀ ਨਹੀਂ। ਐਂਟੀ ਨੂੰ ਗਰੀਬਾਂ ਸਾਰੇ ਭਰਾਵਾਂ ਦਾ ਸਾਡਾ ਹਾਂ ਐਂਟੀ ਕੀ ਹੈ ਸਾਡੇ। ਠੀਕ ਆ, ਠੀਕ ਹੈ। ਬਲਾਲ ਯਾਸਿਨ ਦਾ ਹਲਕਾ ਲੱਗਦਾ ਸਾਨੂੰ, ਅਕਰਮ ਪਾਰਕ ਵਾਲਾ। ਠੀਕ ਹੈ, ਉਹਨੂੰ ਥੋੜੀ ਜਿਹੀ ਐਂਟੀ ਨੂੰ ਸ਼ਰਮ ਆਣੀ ਚਾਹੀਦੀ ਹੈ। ਮੇਰੇ 3 ਬਾਲ ਹੈ। ਠੀਕ ਹੈ, ਨਿੱਕੇ ਨਿੱਕੇ ਹੈਗੇ, ਇੱਕ 6 ਮਹੀਨਿਆਂ ਦਾ, ਇੱਕ ਬੇਟੀ ਹੈਗੀ ਹੈ 2 ਸਾਲਾਂ ਦੀ, ਇੱਕ 5 ਮਹੀਨਿਆਂ ਦਾ। 1000 ਰੁਪਇਆ ਦਿਹਾੜੀ ਦੇ ਗੱਡੀ ਚਲਾਨਾ, 14,000 ਰੁਪਇਆ ਘਰ ਦਾ ਬਿੱਲ ਆਇਆ ਬੱਤੀ ਦਾ, 2000 ਗੈਸ ਦਾ ਬਿੱਲ ਆਇਆ। ਠੀਕ ਹੈ, 4000 ਰੁਪਇਆ ਮੇਰਾ ਘਰ ਦਾ ਕਿਰਾਇਆ ਹੈਗਾ, ਉਹ ਮੈਂ ਕਿੱਥੋਂ ਦੇਣਾ? ਇਹਦੇ ਵਿੱਚੋਂ ਹੀ ਕੱਢ ਕੇ ਦੇਣਾ ਸਰ। ਠੀਕ ਹੈ, ਤੋਰੀ ਨਹੀਂ ਆਂਟੀ ਜੀ, ਤੋਰੀ ਨਹੀਂ ਸਾਡੇ ਵੱਲ ਗਰੀਬਾਂ ਵੱਲ ਦੇਖ ਲਓ, ਤੋਰੀ ਨਹੀਂ ਬਸ। ਗੁਜਰੇਲਾ ਪੰਜਾਬ ਨੇ ਉਹਨਾਂ ਗੁੱਸਾ ਕਰ ਜਾਣਾ ਕਿ ਤੁਸੀਂ ਉਹਨਾਂ ਨੂੰ ਆਂਟੀ ਕਹਿਣ ਦੇ। ਉਹ ਸਰ ਆਂਟੀ ਉਹਨੂੰ ਕਹੋ, ਆਂਟੀ ਬੱਚਿਆਂ ਦੀ ਮਾਂ ਹੈਗੀ ਹੈ ਸਰ। ਜਿਹੜੇ ਬੱਚਿਆਂ ਦੀ ਮਾਂ ਹੁੰਦੀ ਆਂਟੀ ਬਣ ਜਾਂਦੀ। ਆਂਟੀ ਹੈਗੀ ਹੈ, 2 ਤੇ ਪੋਤੀਆਂ ਵਾਲੀ ਹੈਗੀ ਆਂਟੀ ਮਰੀਮ ਨਵਾਜ਼ ਨੂੰ, ਬਸ ਇਹੀ ਪੀ ਲੇਗੀ। ਭਈਆ ਰੱਖਿਆ ਆਪਣਾ? ਜੀ ਸਰ। ਕਿੰਨਾ ਅਰਸਾ ਹੋ ਗਿਆ ਰੱਖਿਆ ਜਾਂਦੇ ਹੋ? ਮੈਨੂੰ ਸਰ ਤਕਰੀਬਨ 3 ਸਾਲ ਹੋ ਗਏ। 3 ਸਾਲ ਹੋ ਇਸ ਤੋਂ ਪਹਿਲੇ ਮੈਂ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਨਾ ਸੀ, ਮਸ਼ੀਨ ਮੈਨ ਆ ਬਿਲੂ ਬਾੜੀ ਦਾ, ਅੱਛਾ 4 ਕਲਰ ਦਾ। ਅੱਛਾ। ਲੇਕਿਨ ਤੁਹਾਨੂੰ ਵੀ ਪਤਾ ਕਿ ਪ੍ਰੈਸ ਦੇ ਹਾਲਾਤ ਕੀ ਨੇ, ਸੈਲਰੀਆਂ ਦੇ ਵਿੱਚ ਗੁਜ਼ਾਰੇ ਨਹੀਂ ਹੈ, ਜਿੰਨੀ ਮਹਿੰਗਾਈ ਹੋ ਗਈ। ਮੈਂ ਰੈਂਟ ਦੇ ਉੱਤੇ ਰਿਕਸ਼ਾ ਲੈ ਕੇ ਚਲਾ ਰਿਹਾ। ਆਪਣਾ ਰਿਕਸ਼ਾ ਮੇਰਾ 2020 ਚ ਚੋਰੀ ਹੋ ਗਿਆ। ਅੱਛਾ। ਪਹਿਲੇ ਤੇ FIR ਨਹੀਂ ਸੀ ਕਰਦੇ। ਮੇਰੇ ਵਾਲਦ ਸਾਹਿਬ ਦੀ ਥੋੜੀ ਅਪਰੋਚ ਹੈ, ਉਹਨਾਂ ਨੇ ਅਪਰੋਚ ਕੀਤੀ, SSP ਦੇ ਪੇਸ਼ ਹੋਏ ਨੇ। ਉਹਨਾਂ ਨੂੰ ਬੜੀ ਮੁਸ਼ਕਿਲ ਜਾ ਕੇ ਸਾਲ ਬਾਅਦ ਮੇਰੀ FIR ਦਰਜ ਹੋਈ। ਅੱਛਾ। ਸਾਲ ਬਾਅਦ ਦਰਜ ਹੋਈ। ਇਸਲਾਮਪੁਰਾ ਥਾਣਾ ਮੇਰੇ ਕੋਲ ਰਹਿੰਦਾ ਸੀ, ਉਦੋਂ ਮੈਂ ਉੱਥੇ ਹੀ ਰਹਿੰਦਾ ਸੀ ਇਸਲਾਮਪੁਰੇ। ਮੇਰਾ ਕੋਈ ਜਿਹੜਾ ਨਾ ਹੱਲ ਨਹੀਂ ਨਿਕਲਿਆ। ਅੱਛਾ। FIR ਕਰਨ ਤੋਂ ਬਾਅਦ ਵੀ ਨਹੀਂ ਹੱਲ ਨਿਕਲਿਆ, ਹਲੇ ਤੱਕ ਕੋਈ ਨਾਮੋ ਨਿਸ਼ਾਨ ਨਹੀਂ। ਸਾਲ ਪਹਿਲੇ ਤੁਹਾਡਾ ਰਿਕਸ਼ਾ ਚੋਰੀ ਹੋਇਆ, ਉਸ ਤੋਂ ਬਾਅਦ FIR ਹੋਈ, ਉਹ ਵੀ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ। ਕੁਝ ਵੀ ਨਹੀਂ ਹੋਇਆ। ਕਿੰਨੇ ਕਮਾਈ ਕਰ ਲੈਂਦੇ ਦਿਨ ਦੇ ਵਿੱਚ? ਸਰ ਮੈਂ ਇਹਦੀ 1000 ਰੁਪਏ ਦਿਹਾੜੀ ਦੇਣੀ ਹੁੰਦੀ। ਅੱਛਾ। ਫਿਰ ਪੈਟਰੋਲ ਵੀ ਤੁਹਾਨੂੰ ਸਾਹਮਣੇ ਆਪਣਾ ਕੁਝ ਉਹ ਝੂਠ ਭੱਜ 300-400 ਦੇ ਡਰਾਈਵਰ ਦਾ ਕੰਮ ਹੁੰਦਾ। ਵੱਡਾ ਕੰਮ ਹੋ ਜਾਵੇ ਤੇ ਮਾਲਕ ਕਰਾ ਕੇ ਦਿੰਦਾ। ਗੱਡੀ ਬੰਦ ਹੋਈ ਹੈ ਅੱਜ ਕੱਲ, ਰਾਤ ਦਾ ਕਾਨੂੰਨ ਪਾਸ ਹੋਇਆ ਜੀ, 200 ਰੁਪਏ ਦਾ ਚਲਾਨ ਖਤਮ ਹੋ ਗਿਆ, 2000 ਦਾ ਚਲਾਨ ਹੈ। ਹੁਣ ਮਿਸਾਲ ਤੌਰ ਤੇ ਮੈਂ 1000 ਰੁਪਏ ਦਿਹਾੜੀ ਤੇ ਰਿਕਸ਼ਾ ਚਲਾ ਰਿਹਾ ਹਾਂ, ਮੇਰਾ 2000 ਦਾ ਚਲਾਨ ਹੋ ਜਾਂਦਾ ਹੈ।
ਮੇਰਾ 2000 ਦਾ ਚਲਾਨ ਹੋ ਜਾਂਦਾ ਹੈ। ਉਹ ਮੈਂ 5 ਦਿਨ ਵੀ ਲਾ ਕੇ ਮੈਂ ਆਪਣੇ ਦਿਨ ਰਾਤ ਦੀ ਕਰਾਂ, ਮੇਰੇ ਨਾਲ ਹੀ ਰੋਲਾ, ਮੈਂ ਕਿੱਥੇ ਜਾਵਾਂਗਾ। ਕਿੰਨੇ ਰਿਕਸ਼ੇ ਹੈਗੇ ਨੇ ਲਾਹੌਰ ਦੇ ਅੰਦਰ ਤੁਹਾਡੇ ਹਿਸਾਬ ਨਾਲ? ਸਰ ਅੱਜ ਤੋਂ ਤਕਰੀਬਨ ਕੋਈ 10 ਸਾਲ ਪਹਿਲੇ ਨਾ ਵਾਲਡਨ ਵਾਲਿਆਂ ਨੇ ਇੱਕ ਸਟicker ਜਾਰੀ ਕੀਤਾ ਸੀ ਵਾਮੀਆ ਕਲੋਨੀ ਦੇ ਵਿੱਚ ਕਿ ਜਿਸ ਗੱਡੀ ਦੇ ਉੱਤੇ ਜਾਂ ਰਕਸ਼ੇ ਦੇ ਉੱਤੇ ਸਟicker ਲੱਗਾ ਹੋਏਗਾ ਉਹਦਾ ਚਲਾਨ ਨਹੀਂ ਹੋਏਗਾ। ਅੱਛਾ ਲੇਕਿਨ ਉਹ ਸਟicker ਮੁੱਕ ਗਿਆ ਸੀ, ਰਕਸ਼ਾ ਨਹੀਂ ਸੀ ਮੁੱਕਿਆ, ਅੱਛਾ ਖਾਲੀ ਵਾਮੀਆ ਕਲੋਨੀ ਦੇ ਏਰੀਆ 'ਚ ਤੇ ਲੱਖਾਂ ਦੀ ਤਾਦਾਦ ਵਿੱਚ ਰਿਕਸ਼ਾ ਹੈਗਾ। ਹੁਣ ਇੱਕ ਰਕਸ਼ਾ ਡਰਾਈਵਰ ਹੈ, ਉਹਦੇ ਨਾਲ 6 ਜੀ ਖਾਣ ਵਾਲੇ ਨੇ, ਤੇ ਜੇਕਰ ਉਹ ਬੇਰੋਜ਼ਗਾਰ ਹੋਏਗਾ ਤਾਂ 6 ਜੀ ਕਿੱਥੋਂ ਖਾਣਗੇ ਮੈਨੂੰ ਦੱਸੋ। ਕਿੰਨੇ ਬੱਚੇ ਨੇ ਘਰ? ਤੁਸੀਂ ਕਿੰਨੇ ਲੋਕਾਂ ਨੂੰ ਦੀ ਕਫਾਲਤ ਕਰ ਰਹੇ ਹੋ? ਮੇਰੇ ਘਰ ਇਸ ਟਾਈਮ 5 ਹੀ ਹੈਗੇ ਨੇ ਮੇਰੇ ਮਿਲਾ ਕੇ। 5 ਹੀ ਨੇ। ਹਾਂਜੀ, ਰੈਂਟ ਦਾ ਮੇਰਾ ਮਕਾਨ ਹੈ, ਮੈਂ 15,000 ਰੁਪਏ ਰੈਂਟ ਵੀ ਦੇਣਾ ਹੁੰਦਾ। ਬਿੱਲ ਤੁਹਾਡੇ ਸਾਹਮਣੇ, ਅਖਰਾਜਾਤ ਬਹੁਤ ਜ਼ਿਆਦਾ ਨੇ, ਤੁਸੀਂ ਇਸਤੇਮਾਲ ਨਹੀਂ ਵੀ ਕੀਤਾ ਤੁਹਾਨੂੰ ਕਮੋ ਵੇਚ ਵੀ ਜਿਹੜਾ ਨਾ 8 ਤੋਂ 9,000 ਰੁਪਏ ਬਿੱਲ ਆ ਜਾਣਾ। 15,000 ਹੋ ਜੇ 8,000 ਹੋ ਪਾ ਲਵੋ, 25,000 ਰੁਪਏ ਤਾਂ ਇਹੀ ਹੋ ਗਿਆ। ਫਿਰ ਹੁਣ ਅਸੀਂ ਮਿੱਟੀ ਖਾਣੀ ਸ਼ੁਰੂ ਕਰ ਦਈਏ, ਫਿਰ ਕਿਰਾਏ ਬਿੱਲ ਦੇ ਲਈਏ, ਗੱਡੀ ਦੀ ਦਿਹਾੜੀ ਦੇ ਲਈਏ, ਤੇ ਜਾਂ ਕੋਈ ਸਾਨੂੰ ਕੋਈ ਕਹੇ ਜੇ 500 ਦਿਓ ਤੇ ਤੁਹਾਡਾ ਰਕਸ਼ਾ ਜਾਂਦੇ ਇਹਨਾਂ ਨੂੰ ਦੇ ਦਿੰਦੇ, ਤੇ ਫਿਰ ਅਸੀਂ ਮਿੱਟੀ ਖਾਣ ਲੱਗ ਪੈਂਦੇ, ਬੱਚਿਆਂ ਨੂੰ ਵੀ ਮਿੱਟੀ ਖਵਾਉਂਦੇ। ਹੁਣ ਮਾਲਕ ਨੇ ਇਹ ਕਹਿਣਾ ਕਿ ਸਾਨੂੰ 1000 ਰੁਪਏ ਦਿਹਾੜੀ ਚਾਹੀਦੀ, ਤੁਹਾਡੇ ਲੋ ਰਕਸ਼ਾ ਫੜਿਆ ਜਾਵੇ, ਤੁਹਾਡੇ ਲੋ ਟੁੱਟ ਭੱਜ ਹੋਈ ਹੋਵੇ। ਹੁਣ ਮੈਨੂੰ ਮਾਲਕ ਮੇਰੇ ਨੇ ਰਕਸ਼ਾ ਲੈ ਕੇ ਦਿੱਤਾ, ਜਿੰਦਾ ਮੈਂ ਰਕਸ਼ਾ ਚਲਾ ਰਿਹਾ, ਨਵਾਂ ਡਰਾਈਵਰ ਹਾਂ ਮੈਂ। ਉਹ ਕਹਿੰਦੇ ਨੇ ਕਿ ਭਾਈ 1000 ਰੁਪਏ ਦਿਹਾੜੀ ਚਾਹੀਦੀ ਏ। ਉਹਨਾਂ ਨੇ ਮਕਾਨ ਵੀ ਵੇਖ ਲਿਆ, ਮੇਰੇ ਸਹੁਰਿਆਂ ਦਾ ਮਕਾਨ ਵੇਖਿਆ, ਫੋਟੋ ਕਾਪੀਆਂ ਲਿੱਤੀਆਂ, ਸਾਰਾ ਕੁਝ ਕੀਤਾ। ਤੇ ਹੁਣ ਕੋਈ ਸਾਈਕਲ ਤੇ ਗੁਜ਼ਰਦਾ ਹੋਇਆ ਆਦਮੀ 3 ਲੱਖ ਰੁਪਏ ਦਾ ਰਕਸ਼ਾ ਤੁਹਾਡੇ ਥੱਲੇ, ਤੇ ਟਕੇ ਜੀ ਇੱਜ਼ਤ ਨਹੀਂ ਹੈ ਸਾਡੀ, ਕੀ ਖਿਆਲ? ਤੇ ਮਗਰ ਕਹਿਣ ਦਾ ਮਕਸਦ ਹੈ ਸਾਨੂੰ ਵੀ ਚਾਹੀਦਾ ਹੈ ਅਸੀਂ ਕਿਤੇ 8 ਘੰਟੇ ਡਿਊਟੀ ਕਰੀਏ, ਸਕੂਨ ਨਾਲ ਬੱਚਿਆਂ ਦੇ ਘਰ ਜਾਈਏ। ਜੋ ਸਵੇਰ 7 ਵਜੇ ਨਿਕਲਦੇ ਆ, ਰਾਤ ਨੂੰ 11 ਵੱਜ ਜਾਂਦੇ ਨੇ, 12 ਵੱਜ ਜਾਂਦੇ ਨੇ। ਉਹ ਬੱਚੇ ਸ਼ਕਲਾਂ ਭੁੱਲ ਗਏ ਨੇ ਸਾਡਾ ਪਾਪਾ ਕਿਹੋ ਜਿਹਾ ਸੀ। ਬਿਲਕੁਲ ਐਸਾ ਹੀ। ਉਹ ਬੱਚੇ ਸੁੱਤੇ ਹੁੰਦੇ ਨੇ, ਅਸੀਂ ਕੰਮ ਤੇ ਆਏ ਨੇ ਆ, ਉਹ ਜਦੋਂ ਰਾਤ ਨੂੰ ਜਾਂਦੇ ਆ ਉਦੋਂ ਹੀ ਸੁੱਤੇ ਹੁੰਦੇ ਨੇ। ਪਾਪਾ ਆਪ ਹਮਾਰੇ ਸਾਥ ਨਹੀਂ ਬੈਠਦੇ, ਟਾਈਮ ਨਹੀਂ ਗੁਜ਼ਾਰਦੇ। ਕਿੱਥੋਂ ਗੁਜ਼ਾਰੀ ਸੀ ਟਾਈਮ? 1000 ਰੁਪਏ ਦਿਹਾੜੀ, 1200 ਰੁਪਏ ਦਾ ਪੈਟਰੋਲ। ਹੁਕੂਮਤ ਤੁਹਾਡੇ ਬਾਰੇ ਸੋਚ ਤਾਂ ਰਹੀ ਹੈ ਨਾ, ਹੁਕੂਮਤ ਕਹਿ ਰਹੀ ਕਿ ਬੰਦ ਹੀ ਕਰ ਦਿਓ ਰਿਕਸ਼ੇ। ਤੇ ਉਹ ਸੋਚ ਨਹੀਂ, ਸੋ ਚੰਗੀ ਗੱਲ ਹੈ। ਘਰ ਬੱਚਿਆਂ ਕੋਲ ਜਾ ਕੇ ਬਵੋਗੇ। ਉਹ ਇਹੀ ਜਾਂਦੀ ਨਾ, ਉਹ ਕਹਿੰਦਾ ਸੀ ਇਮਰਾਨ ਹਾਂ ਮੈਂ ਗਰੀਬ ਰਹਿਣ ਨਹੀਂ ਦੇਣਾ। ਉਹ ਗੱਲਾਂ ਸੱਚੀਆਂ ਹੋ ਰਹੀਆਂ, ਆ ਕੰਮ ਉਹ ਕਰਦੀ ਪਈ, ਉਹਦੇ ਮੂੰਹ ਨਿਕਲੇ ਆ ਪੂਰੀ ਕਰਦੀ ਪਈ, ਇਹ ਪੂਰਾ ਕਰਦੀ ਪਈ। ਉਹ ਹੁੰਦਾ ਸੀ ਨਾ, ਉਹ ਕਹਿੰਦਾ ਮੇਰੇ ਰੇੜੀ ਵਾਲੇ ਗਰੀਬ ਤੰਗ ਨਹੀਂ ਕਿਸੇ ਨੂੰ ਕਰਨਾ। 3.5 ਸਾਲ ਜਾਂ 4 ਸਾਲ ਬੰਦਾ ਰਹਿ ਕੇ ਗਿਆ, ਯਕੀਨ ਕਰੋ ਸਾਨੂੰ 8 ਦਿਨਾਂ ਬਾਅਦ ਸਾਡਾ ਚਲਾਨ ਹੁੰਦਾ ਸੀ। ਹੁਣ ਸਾਡਾ ਡੇਲੀ ਚਲਾਨ ਤੋਂ ਚਲਾਨ ਹੋ ਰਿਹਾ, ਡੇਲੀ ਚਲਾਨ ਹੁੰਦਾ, ਡੇਲੀ ਚਲਾਨ ਤੋਂ ਚਲਾਨ ਹੋ ਰਿਹਾ। ਅਰਬਾਂ ਰੁਪਈਆ ਜਿਹੜਾ ਨਾ ਜੀ ਇਕੱਠਾ ਹੁੰਦਾ ਚਿੰਚੀਆਂ ਦੀ ਵਜ੍ਹਾ। ਨਾਕੇ ਦੇ ਜਾਓ ਨਾ, ਤੁਹਾਨੂੰ ਪਤਾ ਚੱਲ ਜਾਏ। ਅਰਬਾਂ ਰੁਪਈਆ ਜਿਹੜਾ ਨਾ ਜੀ ਇਕੱਠਾ ਹੁੰਦਾ ਹੈ, ਸਾਡਾ ਡੇਲੀ ਚਲਾਨ ਹੁੰਦਾ। ਉਹ ਬੰਦਾ ਸੀ ਸਾਡਾ 8 ਦਿਨਾਂ ਬਾਅਦ ਜਿਹੜਾ ਨਾ ਜੀ ਇੱਕ ਚਲਾਨ। ਕਿਹੜੇ ਬੰਦੇ ਦੀ ਗੱਲ ਕਰ ਰਹੇ ਹੋ? ਖਾਨ ਸਾਹਿਬ ਦੀ ਗੱਲ ਖਾਨ ਕਰ ਸਾਹਿਬ ਦੀ ਰਹੇ ਗੱਲ ਹੋ। ਉਹ ਕਰ ਰਹੇ ਤੁਸੀਂ ਵੀ ਸਮਝਦੇ ਜੇ ਅਸੀਂ ਕਿਹੜੇ ਦੀ ਗੱਲ ਕਰ ਰਹੇ ਹੋ, ਪਤਾ ਤੁਹਾਨੂੰ ਵੀ ਹੈਗਾ। ਐਵੇਂ ਨਾ ਤੁਸੀਂ ਮੈਕ ਅਗਲੇ ਤੇ ਪਿਛਲੇ ਦੇ ਪਤਾ ਤੁਹਾਨੂੰ ਵੀ ਸਾਰਾ ਹੁੰਦਾ, ਲੇਕਿਨ ਬਸ ਤੁਸੀਂ ਬਸ ਉਹ ਕੀ ਕਹਿੰਦੇ ਨੇ ਕਿ ਤੁਹਾਡੀ ਜ਼ੁਬਾਨ ਬੰਦ ਤੁਹਾਡੀ ਤੁਹਾਡੇ ਮੂੰਹ ਸੁਣਨਾ, ਲੇਕਿਨ ਤੁਸੀਂ ਚੁੱਪ ਕਰ ਰਹਿੰਦੇ ਜੇ ਨਾ, ਫਿਰ ਤੁਹਾਨੂੰ ਫਿਰ 100 ਹੁੰਦੀਆਂ ਨੇ ਨਾ ਚੀਜ਼ਾਂ। ਲੇਕਿਨ ਅਸੀਂ ਗਰੀਬ ਕਿਹੜੇ ਪਾਸੇ ਜਾਈਏ? ਸਾਡੇ ਛੋਟੇ ਛੋਟੇ ਬੱਚੇ ਨੇ, ਉਹਨਾਂ ਨੇ ਪਿੱਛੇ IMF ਦੀ ਰਿਪੋਰਟ ਪੜ੍ਹੀ ਜੇ ਨਾ, ਅਰਬਾਂ ਰੁਪਈਆ ਜਨਾਬ ਉਹ ਗਰੀਬਾਂ ਦਾ ਜਿਹੜਾ ਕੋਈ ਖਾ ਪੀ ਗਿਆ, ਕੋਈ ਖਾ ਗਿਆ, ਕੋਈ। ਤੇ ਅਸੀਂ 24 ਘੰਟੇ ਜਨਾਬ ਇਹ ਕੰਮ ਕਰਨੇ, ਕਾਰੋਬਾਰ ਕਰਨੇ। ਇਹ ਵੇਖਦੇ ਪਏ ਸਾਡੇ ਹੱਥ ਕਾਲੇ ਸਿਆਹ ਹੋਏ ਨੇ। ਅਸੀਂ ਬੱਚਿਆਂ ਦੀ ਰੋਟੀ ਕਿੱਥੋਂ ਕਮਾਵਾਂਗੇ ਜੇ ਅਗਰ ਇਹ ਬੰਦ ਹੋ ਗਿਆ? ਦੱਸੋ, ਤੁਹਾਨੂੰ ਇਸ ਚੀਜ਼ ਦਾ ਪਤਾ? ਕੀ ਕਰਾਂਗੇ? ਸਾਨੂੰ ਹੋਰ ਕੋਈ ਸਾਡੇ ਕੋਲ ਕੰਮ ਹੀ ਨਹੀਂ ਹੈਗਾ, ਬੇਰੋਜ਼ਗਾਰੀ ਆ, ਕੋਈ ਕੰਮ ਨਹੀਂ, ਕੋਈ ਕਾਰ ਨਹੀਂ, ਕੋਈ ਕੁਛ ਨਹੀਂ ਹੈਗਾ। ਭੁੱਖ ਮਰਨ ਡਈ ਆਵਾਮ, ਭੁੱਖ ਮਰਨ ਡਈ ਆ। ਅਸੀਂ 1000 ਰੁਪਈਆ ਦਿਹਾੜੀਆਂ ਦਿੰਨੇ ਆ, ਸਾਡਾ ਜਿਹੜਾ ਨਾ ਕੋਈ ਨਿਜ਼ਾਮ ਹੀ ਨਹੀਂ ਹੋ ਰਿਹਾ ਹੈਗਾ। ਅਸੀਂ ਕਿਹੜੇ ਪਾਸੇ ਜਾਈਏ? ਜਾਂ ਤਾਂ ਸਾਨੂੰ ਇੱਕੋ ਦਫਾ ਕੋਈ ਮਾਰਨ, ਬੰਬ ਸ਼ੰਬ ਤੇ ਸਾਨੂੰ ਮਾਰ ਦੇਣ, ਤੇ ਬਸ ਅਸੀਂ ਮੁੱਕ ਜਾਾਂਗੇ, ਇਹ ਜਾਣਨ ਤੇ ਇਹਨਾਂ ਦੇ ਕੰਮ ਜਾਣਾ। ਜਾਂ ਤਾਂ ਸਾਨੂੰ ਮੈਨੂੰ ਕਮ ਸੇ ਕਮ ਵੀ 12 ਤੋਂ 13 ਸਾਲ ਹੋ ਗਏ। 12-13 ਸਾਲਾਂ ਦੀ ਕਿੰਨੇ ਉਹ ਕੋਠੀਆਂ ਬਣਾ ਲਈਆਂ ਨੇ ਜਿਹੜਾ ਹੁਕੂਮਤ ਤੁਹਾਡੇ ਖਿਲਾਫ ਹੋ ਗਈ? ਇੰਨੀਆਂ ਕੁ ਕੋਠੀਆਂ ਬਣਾਈਆਂ ਨੇ ਕਿ ਜਨਾਬ ਉਹ ਆ ਕੇ ਵੇਖ ਲੈਣ। ਇਹ ਤਾਂ ਦੱਸੋ, ਲੇਕਿਨ ਲਾਇਸੈਂਸ ਬਣਾਉਣਾ ਜ਼ਰੂਰੀ ਹੈ ਨਾ। ਉਹ ਤਾਂ ਜ਼ਰੂਰੀ ਹੈ, ਮਗਰ ਸਾਨੂੰ ਕੋਈ ਦੇਖੋ ਟਾਈਮ। ਮੇਰੀ ਗੱਲ ਸੁਣੋ, ਖੁਦਾ ਨਾ ਖਾਸਤਾ ਰੋਡ ਚੱਲਦੇ ਅਗਰ ਤੁਹਾਡੇ ਕੋਲੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ, ਕਿਸੇ ਦੇ ਵੱਜ ਜਾਂਦੀ ਕੋਈ, ਠੀਕ ਹੈ ਨਾ, ਰੋਡ ਐਕਸੀਡੈਂਟ ਹੋ ਸਕਦਾ, ਅੱਲਾਹ ਤਾਲਾ ਸਭ ਨੂੰ ਬਚਾਏ। ਕੋਈ ਸ਼ੱਕ ਨਹੀਂ। ਅਗਰ ਤੁਹਾਡੇ ਕੋਲ ਲਾਇਸੈਂਸ ਹੋਵੇਗਾ ਫਿਰ ਤੁਹਾਡੇ ਬਚ ਜਾਓਗੇ। ਅਗਰ ਲਾਇਸੈਂਸ ਨਹੀਂ ਹੋਵੇਗਾ ਨਾ, ਫਿਰ ਉਹਨਾਂ ਨੇ ਕਹਿਣਾ ਇਹਦੇ ਤੇ ਪਰਚਾ ਹੋਏਗਾ ਕਤਲ ਦਾ। ਸਹੀ, ਅਗਰ ਜ਼ਖਮੀ ਹੋਏਗਾ, ਜ਼ਖਮੀ ਦਾ ਪਰਚਾ ਹੋਏਗਾ। ਤੇ ਇਸ ਲਈ ਲਾਇਸੈਂਸ ਬਹੁਤ ਜ਼ਰੂਰੀ ਹੈ। ਜ਼ਰੂਰੀ ਹੈ ਸਰ। ਮੈਨੂੰ 4 ਸਾਲ ਹੈ, 6 ਬੇਟੀਆਂ ਮੇਰੇ ਕੋਲ, ਠੀਕ ਹੈ, ਰਿਕਸ਼ਾ ਚਲਾਉਂਦੇ ਆ। ਮੈਂ ਸਪੀਡ ਹੀ ਉਨੀ ਕੋ ਚਲਾਉਣਾ ਖੋਤੀ ਰੇੜੀ ਦੀ ਕਿ ਜਿਹੜਾ ਮੇਰੇ ਕੋਲ ਲੇਕਿਨ ਅੱਲਾਹ ਲਾਇਸੈਂਸ ਵੀ ਬਚਾ। ਜ਼ਰੂਰੀ ਹੈ, ਸਪੀਡ ਹੋਣਾ ਚਾਹੀਦਾ ਹੁਣ, ਮਗਰ ਨਾ ਜੋ ਔਕਾਤ ਹੋਵੇ ਤੇ ਕੀ ਕਰੀਏ ਦੱਸੋ? 10-12 ਹਜ਼ਾਰ ਰੁਪਇਆ ਖਰਚਾ। ਹਲੇ ਪਿਛਲੇ ਦਿਨ ਆਪਰੇਸ਼ਨ ਹੋਇਆ ਘਰ ਦਾ, ਮੈਨੂੰ 7ਵੀਂ ਬੇਟੀ ਦਾ, ਠੀਕ ਹੈ। ਮੈਂ ਘਰ ਦੇ ਬੱਚੇ ਪਾਲਾਂ ਜਾਂ ਉਹਨਾਂ ਨੂੰ ਸਕੂਲ ਪੜਾਵਾਂ ਜਾਂ ਮੈਂ ਆਪਣੇ ਪੂਰਾ ਕਰਾਂ? ਉਹਨਾਂ ਨੇ ਹੁਕੂਮਤ ਨੇ ਤਾਂ ਹੁਣ ਕਿਹਾ ਹੋਵੇ ਕਿ ਜਿਹੜੀ ਫੈਕਟਰੀਆਂ ਨੇ ਰਿਕਸ਼ਾ ਬਣਾਉਣ ਵਾਲੇ, ਜਿੰਗੀ ਰਿਕਸ਼ਾ ਬਣਾਉਣ ਵਾਲੀਆਂ, ਮੋਟਰਸਾਈਕਲ ਰਿਕਸ਼ਾ ਬਣਾਉਣ ਵਾਲੀਆਂ, ਉਹਨਾਂ ਨੂੰ ਬੰਦ ਕਰਨ ਦਾ ਉਹਨਾਂ ਨੇ ਫੈਸਲਾ ਕੀਤਾ।
ਉਹਨਾਂ ਨੇ ਕਿਹਾ ਉਹ ਬੰਦ ਕਰ ਦੇ, ਯਾਨੀ ਕਿ ਉਹ ਬੰਦ ਹੋ ਗਈਆਂ। ਉਸ ਤੋਂ ਬਾਅਦ ਇਹ ਜਿਹੜੇ ਟੈਕਸੀ ਰਿਕਸ਼ੇ ਵਾਲੇ ਨੇ ਇਹ ਵੀ ਉਹਨਾਂ ਨੇ ਬੰਦ ਕਰ ਦੇਣੇ, ਉਹਨਾਂ ਨੇ ਕਹਿਣਾ ਨਹੀਂ ਚੱਲ ਸਕਦੇ। ਸਾਨੂੰ ਕੋਈ ਇਤਰਾਜ਼ ਨਹੀਂ, ਕਰ ਦੇਣ ਬੰਦ, ਮਗਰ ਪਹਿਲੇ ਸਾਨੂੰ ਕੋਈ ਰੋਜ਼ੀ ਦਾ ਜ਼ਰੀਆ ਦੇ। ਰੋਜ਼ੀ ਦਾ ਜ਼ਰੀਆ ਤੋਂ ਹਾਂਜੀ, ਤਾਂ ਕਿ ਸਾਡੇ ਬੱਚੇ ਨਾ ਕੀ ਭੁੱਖੇ ਰੋਜ਼ੀ ਮਰਨ। ਤੁਸੀਂ ਕਰ ਲਵੋਗੇ, ਕੀ ਜਿਹੜਾ ਨਾ ਇਹਦੇ ਬਦਲੇ ਤੁਸੀਂ ਕੰਮ ਕਰ ਸਕਦੇ ਹੋ? ਸਰ ਮੈਂ ਆਪਣੇ ਬਾਰੇ ਦੱਸਣਾ ਕਿ ਮੈਂ ਸਾਰਾ ਟੁੱਟਿਆ ਆ, ਬਾਜ਼ੂ ਦੋਵੇਂ ਟੁੱਟੇ ਨੇ, ਅੱਛਾ। ਪਸਲੀਆਂ ਵੀ ਟੁੱਟੀਆਂ, ਆ ਲੱਤ 2 ਜਗ੍ਹਾ ਟੁੱਟੀ। ਅੱਛਾ, ਠੀਕ ਹੈ, ਮੇਰੇ ਕੋਲ ਔਖਾ ਕੰਮ ਨਹੀਂ ਹੋ सकता स्वाद लाभ। नाज़रीन ये भाई कह रहे हैं कि इनका पसलियाँ भी टूटी हुई हैं, टांग भी टूटी हुई है, इनसे कोई मुश्किल काम नहीं हो सकता, कोई मजदूरी ये नहीं कर सकते। तो हुकूमत को ये अपील कर रहे हैं कि इनको रिक्शा चलाने दें, जिससे ये अपनी जो 6 बेटियाँ हैं उनको पाल सकें। 7 होगी माशाल्लाह, 7 बेटियाँ जो उनसे उनको पाल सकें और अपना गुजर बसर कर सकें। ਮਾਸ਼ਾਅੱਲਾ ਜੀ, ਤੁਹਾਡੀਆਂ ਸੱਤ ਰਹਿਮਤਾਂ ਹੀ ਨੇ। ਜਦੋਂ ਘਰ ਜਾਂਦੇ ਹੋ ਤੇ ਉਹ ਰਹਿਮਤਾਂ ਨੂੰ ਵੇਖ ਕੇ ਤੁਸੀਂ ਕੀ ਸੋਚਦੇ ਹੋ? ਮੈਨੂੰ ਉਸ ਟਾਈਮ ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ। ਦੂਰ ਹੋ ਜਾਂਦੀ। ਲੇਕਿਨ ਜਦੋਂ ਪਰੇਸ਼ਾਨੀਆਂ ਆਉਂਦੀਆਂ ਨੇ ਉਸ ਟਾਈਮ ਕੀ ਸੋਚਦੇ ਹੋ? ਜਦੋਂ ਧੀਆਂ ਦੇ ਬਾਰੇ ਸੋਚਦੇ ਹੋ ਉਸ ਟਾਈਮ ਸਾਰਾ ਸਿਰ ਥੱਲੇ ਸੱਟ ਕੇ ਪੈ ਜਾਈਦਾ। ਪਹਿਲੇ ਤੇ ਜਦੋਂ ਚਲਾਨ ਹੁੰਦਾ ਸੀ ਤੇ ਉਹ ਚਲਾਨ ਜਿਹੜਾ ਤੁਸੀਂ ਲੈ ਕੇ 8 ਦਿਨ ਘੁੰਮਦੇ ਰਹਿੰਦੇ ਸੀ ਕਿ ਚਲਾਨ ਜਮ੍ਹਾਂ ਕਰਾਵਾਂਗਾ, ਕਰਾ ਦਵਾਂਗਾ, ਤੁਹਾਡਾ ਅਗਲਾ ਚਲਾਨ ਨਹੀਂ ਹੁੰਦਾ ਸੀ। ਤੇ ਹੁਣ ਕੀ ਸੂਰਤ ਹਾਲ ਹੈ? ਹੁਣ ਅਗਲੇ ਇੱਕ ਚਲਾਨ ਹੁੰਦਾ ਤੇ ਚਲਾਨ ਤੇ ਚਲਾਨ ਚਲਾਨ ਹੋ ਜਾਂਦਾ। ਮਾਫੀ ਕੋਈ ਭਾਵੇਂ ਇੱਕ ਦਿਨ 'ਚ 10 ਚਲਾਨ ਕਰਵਾ ਲਓ। ਮਾਫੀ ਨਹੀਂ ਦਿੰਦੇ ਅਗਲੇ ਹੁਣ। ਅੱਛਾ, ਹੁਕੂਮਤ ਨੇ ਹੁਣ ਜਿਹੜਾ ਕਿਹਾ ਲਾਇਸੈਂਸ ਬਣਿਆ ਤੁਹਾਡਾ? ਨਹੀਂ ਤਾਂ ਨਹੀਂ ਬਣਿਆ। ਲਾਇਸੈਂਸ ਬਣਵਾਓ ਨਾ ਯਾਰ, ਲਾਇਸੈਂਸ ਜ਼ਰੂਰੀ ਹੈ। ਤੇ ਹੈਲਮਟ ਪਾਉਣ ਦਾ ਉਹਨਾਂ ਨੇ ਕਿਹਾ ਰਿਕਸ਼ਾ ਵਾਲਿਆਂ ਨੂੰ, ਉਹ ਹੈਲਮਟ ਕਦੋਂ ਤੋਂ ਪਾ ਰਹੇ ਹੋ? ਹੈਲਮਟ ਰਸ਼ਾ ਕਿਵੇਂ ਚਲਾਵਾਂਗੇ? ਬਣਿਆ ਜੀ ਦਾ ਦੱਸੋ ਨਾ। ਉਹਨਾਂ ਦੇ ਹੈਲਮਟ ਪਾਇਆ ਆ, ਉਹਨਾਂ ਦਾ ਅੱਗੇ ਕੱਪੇ ਕੋਈ ਸ਼ਹਿਰ ਨਜ਼ਰ ਨਹੀਂ ਆਏਗਾ, ਸਿੱਧੇ ਵੇ ਵਜਾਂਗੇ। ਫਿਰ ਜੀ ਐਕਸੀਡੈਂਟ ਬੇਭਾਅ ਹੋਣੇ ਨੇ ਭਾਈ ਜਾਨ। ਤੇ ਹੈਲਮਟ ਪਾ ਕੇ ਸਾਈਡਾਂ ਨਜ਼ਰ ਨਹੀਂ ਆਉਂਦੀਆਂ ਨੇ। ਅੱਛਾ, ਹੈਲਮਟ ਪਾ ਕੇ ਸਾਡਾ ਬਿਲਕੁਲ ਨਜ਼ਰ ਆਉਣਾ ਮੋੜਦਾ ਅਗਲੇ ਨੇ। ਠੀਕ ਹੈ, ਅੱਧਾ ਤੇ ਸਾਰੀ ਦਿਹਾੜੀ ਕਈ ਮੋੜਦਾਰਾਂ ਨੂੰ ਬਚਾਈਦਾ। ਉਹਨਾਂ ਨੇ ਹੈਲਮਟ ਪਾਇਆ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਆਵਾਜ਼ ਦੇ ਕੇ ਭਾਈ ਆਸਰਾ ਕਰ, ਉਹਨੇ ਤੋਂ ਨਾਲ ਰਗੜਿਆ ਜਾਣਾ ਤੇ ਤੇਰਾ ਕੰਮ ਲੱਗ ਜਾਣਾ। ਤੇ ਪੁਲਿਸ ਵਾਲੇ ਤੁਹਾਡੀਆਂ ਗੱਲ ਮੰਨਣ ਦੇ ਤੇ ਕਿ ਜਦੋਂ ਤੋਂ ਫੜਨ ਦੇ ਤੁਹਾਨੂੰ ਨਹੀਂ ਮੰਨਦੇ, ਮੰਨਣ ਦੇ ਨਹੀਂ ਮੰਨਦੇ। ਤੇ ਫਿਰ ਉਹਨਾਂ ਨੂੰ ਬਸ ਆਪਣੇ ਚਲਾਨ ਦੀ ਪਈ ਹੈ, ਕਿਸੇ ਨਾਲ ਚਲਾਨ ਕਰਨਾ ਬਸ। ਅੱਛਾ, ਉਹ ਕਿਸੇ ਦੀ ਨਹੀਂ ਸੁਣਦੇ। ਕੀ ਪੈਗਾਮ ਹੈ ਤੁਹਾਡਾ ਵਜ਼ੀਰ ਆਲਾ ਪੰਜਾਬ? ਉਹਨਾਂ ਨੂੰ ਇਹੀ ਪੈਗਾਮ ਹੈ ਕਿ ਸਾਡੇ ਬਾਰੇ ਕੁਝ ਸੋਚੋ, ਬਸ ਮੈਂ ਇਹੀ ਕਹਾਂਗਾ। ਹੋਰ ਜਨਾਬ, ਪਹਿਲੀ ਅਰਜ਼ ਤੇ ਇਹ ਹੈਗੀ ਹੈ ਕਿ ਮਰੀਮ ਨਵਾਜ਼ ਸਾਹਿਬ ਆ ਗਏ ਕਿ ਮੇਰੀਆਂ 6 ਬੇਟੀਆਂ ਨੇ, ਇਕੱਲਾ ਜਾਣਾ ਮੈਂ ਕਮਾਉਣ ਵਾਲਾ ਵਾਂ, ਜਾਂ ਮੇਰਾ ਹੱਲ ਹੈ ਮੇਰੇ ਅੱਗੇ, ਮੇਰੇ ਨਾਲ ਜਾਂ ਮੇਰਾ ਹੱਲ ਹੈ। ਤੇ ਉਹਦੇ 'ਚ ਮੈਂ ਰੋਟੀ ਕਮਾਵਾਂ ਬੱਚਿਆਂ ਵਾਸਤੇ ਕਿ ਜਾਂ ਮੈਂ ਦੁਨੀਆਦਾਰੀ ਵੇਖਾਂ? ਇਹਦੇ 'ਚ ਮੈਂ ਪਰੇਸ਼ਾਨ ਹੈਗਾ। ਮੈਂ ਆਪ ਖੁਦ ਸੁਣਿਆ ਤੇ ਮੈਂ ਪਰੇਸ਼ਾਨ ਹੋਇਆ ਕਿ ਯਾਰ ਕੀ ਬਣੇਗਾ ਮੇਰੇ ਵਾਸਤੇ। ਨਾ ਮੈਂ ਹੁਣ ਟੋਕਰਾ ਚੁੱਕ ਸਕਣਾ, ਨਾ ਮੈਂ ਤਾਂ ਮਜ਼ਦੂਰੀ ਕਰ ਸਕਣਾ। ਇਹ ਹੈਗਾ ਮਾੜਾ ਮੋਟਾ ਰੋਜ਼ਗਾਰ ਚਲਾਉਣਾ ਵਾ ਤੇ ਚਲੋ ਰੋਜ਼ਗਾਰ ਬੱਚਿਆਂ ਦਾ ਚੁੱਲ੍ਹਾ ਚੱਲਦਾ, ਨਹੀਂ ਤੇ ਮੈਂ ਪਰੇਸ਼ਾਨ ਹੈਗਾ। 6 ਬੇਟੀਆਂ ਨੇ ਮੇਰੀਆਂ। 6 ਬੇਟੀਆਂ ਨੇ। 6 ਬੇਟੀਆਂ ਨੇ ਛੇ ਬੇਟੀਆਂ ਦੀ ਸ਼ਾਦੀ ਵੀ ਕਰਨੀ ਹਲੇ। ਅਜੇ ਸ਼ਾਦੀ ਤਿੰਨਾਂ ਦੀ ਕੀਤੀ ਹੈ, 3 ਰਹਿੰਦੀਆਂ ਨੇ। ਤਿੰਨਾਂ ਦੀ ਕੀਤੀ ਸੀ, ਇੱਕ ਜਿਹੜੀ ਆ ਉਹ ਵਿਚਾਰੀ 2 ਸਾਲ ਹੋ ਗਏ ਨੇ ਘਰ ਬੈਠੀ ਹੈ। ਹੁਣ ਇੱਥੇ ਨੰਬਰ ਲਾ ਕੇ ਬੈਠੇ ਆ, 2-2 ਘੰਟੇ ਬਾਅਦ ਨੰਬਰ ਆਉਂਦਾ। ਭਰ ਲਿਆ ਠੀਕ ਹੈ, ਨਹੀਂ ਤਾਂ ਕੋਈ 20 ਵਾਲੀ ਸਵਾਰੀ, 50 ਵਾਲੀ ਸਵਾਰੀ, ਕੋਈ 30 ਵਾਲੀ ਸਵਾਰੀ, ਇਹ ਹਿਸਾਬ ਹੈ ਸਾਡਾ। ਦਿਨ ਦਾ ਕਿੰਨਾ ਕੁ ਕਮਾ ਲੈਂਦੇ ਹੁੰਦੇ ਤੇ? 1000-1500 ਹਾਂ, ਉਹਦੇ ਚ ਵੀ ਤੇਲ ਵੀ ਪਵਾਉਣਾ, ਬਿਜਲੀ ਦੇ ਬਿੱਲ ਵੀ ਦੇਣੇ ਨੇ, ਬਿਜਲੀ ਦੇ ਬਿੱਲ ਦੇਣੇ ਨੇ, ਘਰ ਦਾ ਖਰਚਾ ਚਲਾਉਣਾ, ਬੱਚਿਆਂ ਦੇ ਖਰਚੇ ਚਲਾਣੇ ਨੇ, ਧੀਆਂ ਦਾ ਵਿਆਹ ਵੀ ਕਰਨਾ, ਧੀਆਂ ਦਾ ਸ਼ਾਦੀ, ਬੇਟੀਆਂ ਦੀ ਸ਼ਾਦੀ ਕਰਨੀ ਹੈ। ਸ਼ਾਦੀ ਕਰਨੀ। ਹਾਂ, ਉਹਨਾਂ ਦੀ ਵਜ੍ਹਾ ਤੋਂ ਮੈਂ ਪਰੇਸ਼ਾਨ ਹਾਂ। ਮੈਂ ਕਿੰਨਾ ਅਰਸਾ ਹੋ ਗਿਆ ਵੇ ਚਲਾਉਂਦੇ? ਮੈਨੂੰ ਇਹ 2 ਸਾਲ ਹੋ ਗਏ ਨੇ, 3 ਸਾਲ ਚਲਾਉਂਦੇ ਆ। 2-3 ਸਾਲ ਹੋ ਗਏ। ਹਾਂਜੀ, ਤੇ ਪਹਿਲੇ ਮੈਂ ਬਗਾਨੀ ਮਜ਼ਦੂਰੀ ਕਰਦਾ ਸਾਂ, ਉਹ ਫਿਰ ਮਜ਼ਦੂਰੀ ਹੁੰਦੀ ਨਹੀਂ ਸੀ, ਗੋਡੇ ਦਰਦ ਕਰਦੇ ਹੁਣ ਚੁੱਕ ਕੇ ਵਜ਼ਨ ਨਹੀਂ। ਫਿਰ ਮੈਨੂੰ ਇਸ ਲਾਈਨ 'ਚ ਕਿਸੇ ਭਰਾ ਨੇ ਕਿਹਾ ਕਿ ਯਾਰ ਇਹ ਕਰ ਲੈ। ਮਰੀਮ ਨਵਾਜ਼ ਸਾਹਿਬਾਂ ਨੂੰ ਕਹਾਂਗੇ ਕਿ ਅਸੀਂ ਇਹ ਰੋਜ਼ੀ ਰੋਟੀ ਕਮਾ ਰਹੇ ਹਾਂ ਤੇ ਸਾਨੂੰ ਚਲਾਉਣ ਦੇਵੋ, ਤੁਹਾਡੀ ਮਿਹਰਬਾਨੀ ਹੈ, ਤੁਹਾਡੇ ਅੱਗੇ ਅਰਜ਼ ਚਲਾ ਹੈ। ਦਿੰਦੇ, ਕਹਿੰਦੇ ਨੇ ਜੀ ਮਾਹੌਲ 'ਚ ਆਲੂਦਗੀ ਪੈਦਾ ਹੁੰਦੀ ਹੈ, ਅੰਦਰ ਸ਼ੋਰ ਪੈਦਾ ਹੁੰਦਾ ਵੇ, ਤੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਇਹਦੀ ਜਗ੍ਹਾ ਕੋਈ ਮੁਤਬਾਦਲ ਰੋਜ਼ਗਾਰ ਦਿੱਤਾ ਜਾਵੇ ਕਿ ਨਹੀਂ? ਬਿਲਕੁਲ ਦਿੱਤਾ ਜਾਵੇ। ਮੈਂ ਫਰੂਟ ਦਾ ਕੰਮ ਕਰਦਾ ਸੀ ਅੱਜ ਤੋਂ 1 ਸਾਲ ਪਹਿਲੇ। ਉੱਥੇ ਜਾਤੀ ਉਮਰੇ ਦੇ ਕਰੀਬ ਹੀ, ਜਾਤੀ ਉਮਰੇ ਰੋਡ ਤੇ ਮੇਰਾ ਅੱਡਾ ਸੀ। ਇਹਨਾਂ ਸਾਰਾ ਉੱਥੋਂ ਮੇਰਾ ਸਫਾਇਆ ਕਰਾ ਦਿੱਤਾ। ਅੱਛਾ, ਸਫਾਇਆ ਕਰਾਤਾ। ਸਫਾਇਆ ਕਰਾ ਦਿੱਤਾ। ਕੀ ਕਹਿ ਗਏ? ਤਕਰੀਬਨ 10 ਲੱਖ ਦਾ ਨੁਕਸਾਨ ਹੋਇਆ ਮੇਰਾ। ਅੱਛਾ, ਮੰਡੀ ਦਾ ਮਕਰੂਜ਼ ਆ। ਉਹਨੇ ਇੰਸਟਾਲਮੈਂਟ ਤੇ ਰਕਸ਼ਾ ਲਿਆ, 3.5 ਲੱਖ ਰੁਪਏ ਦਾ ਕਿਸ਼ਤਾਂ ਤੇ ਰਕਸ਼ਾ ਲਿਆ। ਤੇ ਹੁਣ ਜੇ ਰਕਸ਼ਾ ਵੀ ਬੰਦ ਕਰਨਗੇ ਤਾਂ ਫਿਰ ਕਿੱਧਰ ਜਾਵਾਂਗੇ? ਮਿਹਰਬਾਨੀ ਹੈ, ਜ਼ੁਲਮ ਕਰਨ ਪਰ ਸਾਡੇ ਤੇ ਗਰੀਬਾਂ ਦੇ ਨਾ ਕਰਨ, ਜਿਹੜਾ ਕੋਈ ਸਹਿ ਸਕਦਾ ਉਹਦੇ ਤੇ ਕਰਨ। ਜਿਹੜੇ ਲੋਕ
ਜਿਨ੍ਹਾਂ ਨੇ ਤੁਹਾਡਾ ਉਧਰੋਂ ਸਮਾਨ ਚੁਕਵਾਇਆ ਉਹਨਾਂ ਨੇ ਕੀ ਕਿਹਾ ਕਿ ਚੁਕਵਾਇਆ, ਕਿਉਂ ਇਧਰੋਂ ਚੁਕੋ? ਉਹ ਜੀ ਕਹਿੰਦੇ ਸੀ ਮਰੀਮ ਦਾ ਰੂਟ ਹੈਗਾ, ਮਰੀਮ ਦਾ ਰੂਟ ਹੁੰਦਾ ਦਿੱਲੀ ਦਾ, ਇੱਥੋਂ ਲਿਹਾਜ਼ਾ ਇੱਥੇ ਅੱਡੇ ਨਹੀਂ ਲੱਗ ਸਕਦੇ। ਵਜ਼ੀਰ ਆਲਾ ਪੰਜਾਬ ਸਾਹਿਬ ਦਾ ਉਧਰੋਂ ਰੂਟ ਹੀ ਗਿਆ ਤੇ ਤੁਸੀਂ ਆਪਣਾ ਕਾਰੋਬਾਰ ਜਿਹੜਾ ਕਰ ਰਹੇ ਹੋ ਖਤਮ ਕਰ ਖਤਮ ਕਰ ਦਿਓ। ਇਹ ਇਨਸਾਫ ਹੈ? ਜ਼ੁਲਮ ਹੈਗਾ, ਇਨਸਾਫ ਕਿੱਥੋਂ? ਐਵੇਂ ਹੋਣਾ ਚਾਹੀਦਾ। ਕੀ ਕਹੋਗੇ ਵਜ਼ੀਰ ਆਲਾ ਪੰਜਾਬ ਨੂੰ, ਕੀ ਕਹੋਗੇ ਕਿ ਤੁਹਾਡਾ ਜਿਹੜਾ ਉਹ ਕਾਰੋਬਾਰ ਹੈਗਾ ਸੀ, ਜਿਸ 10 ਲੱਖ ਰੁਪਏ ਤੁਸੀਂ ਇਨਵੈਸਟ ਵੀ ਕੀਤਾ ਹੋਇਆ ਸੀ, ਹਾਂਜੀ ਉਹਦੇ ਬਦਲੇ ਤੁਹਾਨੂੰ ਕੁਝ ਦਿੱਤਾ ਵੀ, ਜੇ ਕਿਹਾ ਕਿ ਕੁਝ ਨਹੀਂ ਦਿੱਤਾ? ਕੀ ਦਿੱਤਾ? ਮੈਨੂੰ ਰੇਹੜੀ ਨਹੀਂ ਮਿਲੀ, ਸਰਕਾਰੀ ਰੇਹੜੀ ਨਹੀਂ ਦਿੱਤੀ। ਅੱਛਾ, ਸਰਕਾਰੀ ਰੇਹੜੀ ਸੀ ਉਹ? ਜਿਹੜੀ ਸਰਕਾਰੀ ਰੇਹੜੀਆਂ ਇਹਨਾਂ ਦਿੱਤੀਆਂ ਨੇ ਨਾ, ਉਹ ਵੀ ਨਹੀਂ ਮਿਲੀ ਮੈਨੂੰ। ਅੱਛਾ, ਉਹ ਵੀ ਨਹੀਂ ਮਿਲੀ। ਗਏ ਹੋ ਕਿਸੇ ਕੋਲ ਜਾ ਕੇ ਕਿਹਾ ਕਿਸੇ ਨੂੰ? ਮੈਂ ਉਹਨਾਂ ਮੈਨੂੰ ਕਿਹਾ ਸੀ ਟਾਊਨ ਨਾਲ ਜਾ, ਟਾਊਨ ਨਾਲ ਉੱਥੇ ਟਾਊਨ ਨਾਲ 2-3 ਦਫਾ ਗਿਆ, ਅੱਛਾ, ਉਹ ਗੱਲ ਹੀ ਕੋਈ ਨਹੀਂ ਸੁਣਦੇ। ਕੋਈ ਨਹੀਂ ਗੱਲ ਸੁਣਦਾ। ਤੇ ਪਾਕਿਸਤਾਨੀ ਹੋ ਤੁਸੀਂ? ਹਾਂ, ਪਾਕਿਸਤਾਨ ਨੇ ਅਲਹਮਦੁਲਿਲਾ। ਲਾਹੌਰ ਦੇ ਰਿਹਾਇਸ਼ੀ ਹੋ? ਨਹੀਂ, ਜ਼ਿਲ੍ਹਾ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਦੇ ਹੋ, ਲੇਕਿਨ ਇੱਥੇ ਤੁਹਾਨੂੰ ਕਾਰੋਬਾਰ ਤੁਹਾਡਾ ਇੱਥੇ? ਕਾਰੋਬਾਰ ਇੱਥੇ ਸੀ, ਮੈਂ ਤਕਰੀਬਨ 20 ਸਾਲ ਤੋਂ ਕਾਰੋਬਾਰ ਫਰੂਟ ਦਾ ਇੱਥੇ ਹੀ ਕਰ ਰਿਹਾ ਸੀ। ਹੁਣ ਜਦੋਂ ਉਹਨਾਂ ਉੱਥੋਂ ਸਮਾਨ ਚੁਕਾਇਆ, ਉਦੋਂ ਦਾ ਮੈਂ ਰਕਸ਼ਾ ਚਲਾਉਣ ਲੱਗਾ। ਉਹ ਵੀ ਮੈਂ ਮਕਰੂਜ਼ ਹੈਗਾ ਮੰਡੀ ਦਾ। ਰਕਸ਼ਾ ਤੁਸੀਂ ਚਲਾਉਂਦੇ ਹੋ? ਹਾਂ, ਦਿਹਾੜੀ ਉਹਨੂੰ ਵੀ ਦਿੰਦੇ ਹੋ? ਉਹਨੂੰ ਕਿੰਨਾ ਰੈਂਟ ਦਿੰਦੇ ਹੋ? 1000 ਰੁਪਏ ਦਿਹਾੜੀ ਉਹਨੂੰ ਦੇਈ ਦੀ। 1000 ਉਹਨੂੰ ਦਿੰਦੇ ਹੋ? ਤੇ ਹਾਂਜੀ। ਬਚਦਾ ਕੀ ਵਿੱਚ? ਬਾਈ 12-1300 ਆਪਣਾ ਬਚ ਜਾਂਦਾ। जी नाज़रीन, आपने देखा कि जो चिंची रिक्शा के ड्राइवर्स हैं उनका क्या मौक़िफ़ है। वो ये कहते हैं कि अगर हुकूमत चिंची रिक्शों को बंद करना चाह रही है तो उन्हें कोई मुतबादल रोज़गार फराहम किया जाए, ताकि वो अपनी जो ज़िंदगी है, जो गुजर बसर है, वो आसानी से कर सके, अपने बच्चे पाल सके। हमारी भी हुकूमत से ये दरख्वास्त है कि अगर इनका रिक्शा बंद करना है तो सबसे पहले इनको रोज़गार मुहैया किया जाए, ताकि किसी भी परेशानी से बच सकें। मिलेंगे किसी और वीडियो के साथ, तब तक के लिए अल्लाह हाफ़िज़। टॉक इज लाइव, लाइक शेयर सब्सक्राइब कीजिए, क्योंकि सच वही जो हम बोले। टॉक इज लाइव।